ਡਿਗਰੀਆਂ। ਇੱਕ ਮਨੁੱਖ ਨੇ ਅਨੇਕਾਂ ਡਿਗਰੀਆਂ ਲਈਆਂ ਹੋਈਆਂ ਸਨ। ਬੋਧੀ ਮੱਠ ਦੇ ਇੱਕ ਭਿਕਸ਼ੂ ਨੂੰ ਜਦੋਂ ਉਸ ਦੀਆਂ ਡਿਗਰੀਆਂ ਬਾਰੇ ਪਤਾ ਲੱਗਾ ਤਾਂ ਭਿਕਸ਼ੂ ਨੇ ਪੁੱਛਿਆ, ਇੰਨੀ ਮੂਰਖਤਾ ਕਿਉਂ ਕੀਤੀ? ਡਿਗਰੀਆਂ ਵਾਲੇ ਨੇ ਕਿਹਾ, ਤੁਸੀਂ ਮੇਰੀਆਂ ਡਿਗਰੀਆਂ ਦਾ ਮਹੱਤਵ ਸਮਝੇ ਨਹੀਂ। ਭਿਕਸ਼ੂ ਨੇ ਕਿਹਾ, ਸਮਝ ਕੇ ਹੀ ਕਹਿ ਰਿਹਾ, ਇੰਨਾ ਵਕਤ ਕਿਉਂ ਗਵਾਇਆ? ਪੰਛੀਆਂ ਦੇ ਗੀਤ ਨਹੀਂ ਸੁਣੇ ਹੋਣਗੇ, ਕਿਸੇ ਬਾਗ 'ਚ ਨਹੀਂ ਗਏ ਹੋਊਗੇ, ਤਾਰੇ ਨਹੀਂ ਵੇਖੇ ਹੋਣਗੇ, ਚੰਨ ਨਹੀਂ ਨਿਹਾਰਿਆ ਹੋਏਗਾ। ਕਿਸੇ ਕੋਲ ਸਾਰਾ ਗਿਆਨ ਹੋ ਸਕਦਾ ਹੈ, ਪਰ ਉਹ ਫਿਰ ਵੀ ਅਕਲ ਤੋਂ ਖਾਲੀ ਹੋ ਸਕਦਾ ਹੈ। ਇਲਮ ਅਤੇ ਅਕਲ ਵਿੱਚ ਉਹੀ ਅੰਤਰ ਹੈ ਜੋ ਕੈਮਰੇ ਅਤੇ ਅੱਖ ਵਿੱਚ ਹੈ। ਕੈਮਰਾ ਉਹੀ ਆਕਾਰ ਵੇਖੇਗਾ ਜੋ ਸਾਹਮਣੇ ਹੋਏਗਾ। ਅੱਖਾਂ ਆਕਾਰ ਤੋਂ ਪਰੇ ਵੇਖਣ ਲਈ ਹੁੰਦੀਆਂ ਹਨ। ਕੈਮਰਾ ਪੱਥਰ ਦੀ ਸਿਲ ਵਿੱਚ ਮੂਰਤੀ ਨਹੀਂ ਵੇਖ ਸਕਦਾ, ਪਰ ਅੱਖ ਪੱਥਰ ਵਿੱਚੋਂ ਮੂਰਤੀ ਵੇਖ ਸਕਦੀ ਹੈ। ਮੂਰਤੀਕਾਰ ਦੀ ਅੱਖ ਨੂੰ ਪੱਥਰ ਵਿੱਚੋਂ ਮੂਰਤੀ ਦਿਸ ਰਹੀ ਹੁੰਦੀ ਹੈ। ਉਹ ਵਾਧੂ ਪੱਥਰ ਲਾ ਦਿੰਦਾ ਹੈ ਅਤੇ ਮੂਰਤੀ ਸਾਕਾਰ ਹੋ ਜਾਂਦੀ ਹੈ। ਅੱਖਾਂ ਰੂਹਾਨੀ ਆਕਾਰਾਂ ਰੂਪਾਂ ਨੂੰ ਵੇਖਣ ਲਈ ਹੁੰਦੀਆਂ ਹਨ। ਤੁਸੀਂ ਤਾਂ ਆਪਣੇ ਆਲੇ ਦੁਆਲੇ ਡਿਗਰੀਆਂ ਦੀਆਂ ਉੱਚੀਆਂ ਕੰਧਾਂ ਨੂੰ ਉਸਾਰ ਕੇ ਡਿਗਰੀਆਂ ਦੀ ਕੈਦ ਭੁਗਤ ਰਹੇ ਹੋ। ਧੰਨਵਾਦ। ਮੁਸਲਿਮ ਦੇਸ਼ਾਂ ਵਿੱਚ ਮਾਫ਼ ਨਹੀਂ ਕੀਤਾ ਜਾਂਦਾ। ਗਲਤੀ ਜਾਂ ਜੁਰਮ ਦਾ ਸਿੱਟਾ ਭੁਗਤਣਾ ਪੈਂਦਾ ਹੈ। ਇਹਨਾਂ ਦੇਸ਼ਾਂ 'ਚ ਮਾਫ਼ ਕਰਨ ਦਾ ਅਰਥ ਹੈ ਆਪਣੇ ਪੂਰਵਜਾਂ ਦਾ ਅਪਮਾਨ। ਜਿੱਥੇ ਮਾਫ਼ ਨਹੀਂ ਕੀਤਾ ਜਾਂਦਾ ਉੱਥੇ ਪਰਿਵਰਤਨ ਨਹੀਂ ਵਾਪਰਦਾ। ਇਸਲਾਮ ਲਚਕਦਾਰ ਨਹੀਂ ਹੈ, ਸਖਤ ਅਤੇ ਬੇਕਿਰਕ ਹੈ। ਜਿਹੜੇ ਮਾਫ਼ ਨਹੀਂ ਕਰਦੇ ਉਹ ਅਤੀਤ ਵਿੱਚ ਵਿਚਰਦੇ ਹਨ। ਅਫਗਾਨਿਸਤਾਨ ਵਿੱਚ ਮਾਫ਼ ਕਰਨ ਦੀ ਪ੍ਰਥਾ ਨਹੀਂ ਹੈ, ਕਿਸੇ ਮੁਸਲਿਮ ਦੇਸ਼ ਵਿੱਚ ਨਹੀਂ ਹੈ। ਇਸੇ ਲਈ ਇਹ ਸਾਰੇ ਰੁਕੇ ਹੋਏ ਹਨ। ਧੰਨਵਾਦ। ਚੰਗਾ ਖਿਡਾਰੀ। ਵਿਸ਼ਵ ਪ੍ਰਸਿੱਧ ਸ਼ਤਰੰਜ ਖਿਡਾਰੀ ਸਪਾਸਕੀ ਅਤੇ ਫਿਸ਼ਰ ਵਿਸ਼ਵ ਚੈਂਪੀਅਨਸ਼ਿਪ ਮੈਚਾਂ ਦੀ ਲੜੀ ਖੇਡ ਰਹੇ ਸਨ। ਸਪਾਸਕੀ ਹਾਰ ਰਿਹਾ ਸੀ, ਪਰ ਉਹ ਦਰਸ਼ਕਾਂ ਨਾਲ ਰਲ ਕੇ ਫਿਸ਼ਰ ਦੀ ਸਿਫਤ ਵਿੱਚ ਤਾੜੀਆਂ ਮਾਰ ਰਿਹਾ ਸੀ। ਇਹ ਵਿਹਾਰ ਦੱਸਦਾ ਸੀ ਕਿ ਹਾਰ ਰਿਹਾ ਸਪਾਸਕੀ ਇੱਕ ਚੰਗਾ ਖਿਡਾਰੀ ਸੀ। ਧੰਨਵਾਦ। ਲੋਕ। ਕਿਧਰੇ ਚਲੇ ਜਾਓ, ਸਭ ਪ੍ਰਕਾਰ ਦੇ ਲੋਕ ਸਭ ਥਾਵਾਂ 'ਤੇ ਮਿਲਣਗੇ। ਲੋਕਾਂ ਦੀ ਲਾਈਨ ਲੱਗੀ ਹੋਈ ਸੀ। ਇੱਕ ਸਿੱਧੜ ਵਿਅਕਤੀ ਆ ਕੇ ਅੱਗੇ ਖਲੋ ਗਿਆ। ਸਾਰਿਆਂ ਨੇ ਕਿਹਾ, ਪਿੱਛੇ ਜਾ ਕੇ ਖਲੋਵੋ। ਉੱਥੋਂ ਹਟ ਕੇ ਪਿੱਛੇ ਚਲਾ ਗਿਆ ਅਤੇ ਝੱਟ ਮਗਰੋਂ ਵਾਪਸ ਆ ਕੇ ਫਿਰ ਅੱਗੇ ਖਲੋ ਗਿਆ ਅਤੇ ਕਿਹਾ, ਪਿੱਛੇ ਪਹਿਲਾਂ ਹੀ ਕੋਈ ਖਲੋਤਾ ਹੋਇਆ। ਧੰਨਵਾਦ। ਛੱਡ ਛਡਾਈ। ਇਸਤਰੀ ਬੜੀ ਨਿਰਾਸ਼ ਹੋ ਕੇ ਪਤੀ ਦਾ ਘਰ ਤਿਆਗਦੀ ਹੈ। ਤਲਾਕ ਪਤੀ ਲਈ ਇੱਕ ਫੈਸਲਾ ਹੁੰਦਾ ਹੈ, ਪਰ ਇਸਤਰੀ ਲਈ ਇਹ ਮੁਕੰਮਲ ਬਰਬਾਦੀ ਹੁੰਦਾ ਹੈ। ਕਿਸੇ ਹੋਰ ਪੁਰਸ਼ ਨਾਲ ਸੰਬੰਧਾਂ ਦੇ ਸ਼ੱਕ ਵਿੱਚ ਇੱਕ ਇਸਤਰੀ ਨੂੰ ਉਹਦੇ ਪਤੀ ਨੇ ਘਰੋਂ ਚਲੇ ਜਾਣ ਲਈ ਕਿਹਾ। ਜਿਸ ਵੇਲੇ ਪਤੀ ਨੇ ਜਾਣ ਲਈ ਕਿਹਾ, ਉਸ ਵੇਲੇ ਉਸਦੇ ਕਿਸੇ ਨਾਲ ਸੰਬੰਧ ਨਹੀਂ ਸਨ। ਉਹ ਪਰੇਸ਼ਾਨ ਹੋ ਕੇ ਸੋਚਦੀ ਰਹੀ। ਫਿਰ ਉਹ ਇਸ ਆਸ ਨਾਲ ਸੂਟਕੇਸ ਵਿੱਚ ਕੱਪੜੇ ਪਾਉਣ ਲੱਗ ਪਈ ਕਿ ਜੇ ਪਤੀ ਨੇ ਰੋਕਿਆ ਤਾਂ ਉਹ ਨਹੀਂ ਜਾਏਗੀ। ਉਹ ਜਾਣਾ ਨਹੀਂ ਸੀ ਚਾਹੁੰਦੀ। ਪਤੀ ਨੇ ਰੋਕਿਆ ਨਾ। ਪਤੀ ਲਈ ਪਤਨੀ ਨੂੰ ਰੋਕਣ ਦੇ ਕਿੰਨੇ ਹੀ ਮੌਕੇ ਸਨ, ਪਰ ਉਸਨੇ ਸਾਰੇ ਮੌਕੇ ਗੁਆ ਦਿੱਤੇ। ਪਤਨੀ ਪਤੀ ਦੇ ਘਰੋਂ ਕੱਢੀ ਜਾ ਰਹੀ ਸੀ, ਪਰ ਅਹਿਸਾਸ ਉਸਨੂੰ ਆਪਣੇ ਵਿਧਵਾ ਹੋਣ ਦਾ ਹੋ ਰਿਹਾ ਸੀ। ਧੰਨਵਾਦ। ਅਮੀਰੀ ਦਾ ਸੰਦ। ਹੁਣ ਅੰਗਰੇਜ਼ੀ ਕਿਸੇ ਭਾਸ਼ਾ ਦਾ ਨਾਂ ਨਹੀਂ, ਇਹ ਅਮੀਰ ਹੋਣ ਦਾ ਸੰਦ ਹੈ। ਅੰਗਰੇਜ਼ੀ ਇੱਕ ਮੁਹਾਰਤ ਦਾ ਨਾਂ ਹੈ। ਆਪਣੀ ਮਾਤ ਬੋਲੀ ਵਿੱਚ ਤਾਂ ਮਾਹਿਰ ਹੋਣਾ ਹੀ ਚਾਹੀਦਾ ਹੈ, ਪਰ ਹੋਰ ਭਾਸ਼ਾਵਾਂ ਵਿੱਚ ਵੀ ਨਿਪੁੰਨ ਹੋਣਾ ਜ਼ਰੂਰੀ ਹੈ। ਅੰਗਰੇਜ਼ੀ ਅਮੀਰਾਂ ਦੀ ਭਾਸ਼ਾ ਹੈ। ਇਸ ਭਾਸ਼ਾ ਵਿੱਚ ਅਮੀਰੀ ਹੈ। ਮਾਤ ਭਾਸ਼ਾ ਵਿੱਚ ਤਸੱਲੀ ਹੁੰਦੀ ਹੈ, ਜਿਉਣ ਦਾ ਰੱਜ ਹੁੰਦਾ ਹੈ।
ਆਪਣੇ ਸਮਾਜ ਅਤੇ ਸੱਭਿਆਚਾਰ ਦੀ ਖੁਸ਼ਬੂ ਹੁੰਦੀ ਹੈ। ਪਰ ਕੀ ਭਾਰਤ ਵਿੱਚ ਕੋਈ ਹੈ ਜਿਸ ਦੀ ਅੰਗਰੇਜ਼ੀ ਚੰਗੀ ਹੋਵੇ ਤੇ ਗਰੀਬ ਹੋਵੇ? ਅੰਗਰੇਜ਼ੀ ਰੁਜ਼ਗਾਰ ਦੇ ਬੂਹੇ ਖੋਲ੍ਹਦੀ ਹੈ। ਇਹ ਇੰਜੀਨੀਅਰਿੰਗ, ਮੈਡੀਕਲ, ਵਪਾਰ, ਕੰਪਿਊਟਰ, ਕਾਨੂੰਨ ਦੀ ਭਾਸ਼ਾ ਹੈ। ਧੰਨਵਾਦ। ਵਰਤਮਾਨ ਵਿੱਚ ਜਿਉਣਾ। ਕੌਣ ਚੰਗੇਰਾ ਜੀਵਨ ਜਿਉਂਦੇ ਹਨ? ਸੋਚ ਸਮਝ ਕੇ ਫੈਸਲੇ ਕਰਨ ਵਾਲੇ ਜਾਂ ਲਾਪਰਵਾਹੀ ਨਾਲ ਜੀਵਨ ਜਿਉਣ ਵਾਲੇ? ਇੱਕ ਭਰਾ ਕੰਮ ਕਰਦਾ ਸੀ, ਆਪਣਾ ਪਰਿਵਾਰ ਪਾਲਦਾ ਸੀ, ਬੱਚਤ ਕਰਦਾ ਸੀ, ਸਧਾਰਨ ਜੀਵਨ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਸੀ। ਦੂਜਾ ਲਾਪਰਵਾਹ ਸੀ, ਜੋ ਕਮਾਉਂਦਾ ਸੀ, ਖਰਚਦਾ ਸੀ, ਨਵੇਂ ਤਜਰਬੇ ਕਰਦਾ ਸੀ, ਵਿਆਹ ਹੀ ਨਹੀਂ ਸੀ ਕਰਵਾਇਆ, ਜ਼ਿੰਮੇਵਾਰੀ ਹੈ ਹੀ ਨਹੀਂ ਸੀ। ਉਹ ਕਈ ਔਰਤਾਂ ਦੇ ਸੰਪਰਕ ਵਿੱਚ ਆਇਆ। ਉਸਨੇ ਪ੍ਰਸੰਨ ਸਾਰੀਆਂ ਨੂੰ ਕੀਤਾ, ਪਰ ਬੰਨਣ ਕਿਸੇ ਦਾ ਨਾ ਸਵੀਕਾਰਿਆ। ਉਸਨੇ ਇੱਕ ਅਮੀਰ ਵਿਧਵਾ ਦੀ ਇੱਕ ਹਾਦਸੇ ਵਿੱਚ ਜਾਨ ਬਚਾਈ ਸੀ। ਉਸਦੇ ਕਹਿਣ 'ਤੇ ਇਹਨੇ ਉਸ ਨਾਲ ਵਿਆਹ ਕਰ ਲਿਆ ਸੀ। ਕੁਝ ਚਿਰ ਮਗਰੋਂ ਉਹ ਚਲਾਣਾ ਕਰ ਗਈ ਅਤੇ ਉਸ ਲਈ ਬੀਮੇ ਦੇ 5 ਲੱਖ ਪਾਉਂਡ ਤੇ 3 ਵੱਡੇ ਸ਼ਾਹਾਨਾ ਮਕਾਨ, ਜਿਨ੍ਹਾਂ ਵਿੱਚੋਂ ਇੱਕ ਲੰਡਨ ਸ਼ਹਿਰ ਵਿੱਚ ਸੀ, ਛੱਡ ਗਈ। ਇਹਨਾਂ ਵਿੱਚੋਂ ਇੱਕ ਮਕਾਨ ਉਸਨੇ ਉਸਨੂੰ ਨਿਕੰਮਾ ਦੱਸਣ ਵਾਲੇ ਭਰਾ ਨੂੰ ਦੇ ਦਿੱਤਾ। ਪਾਰੰਪਰਿਕ ਜੀਵਨ ਜਿਉਣ ਵਾਲੇ ਸੁੱਖ ਵਧੇਰੇ ਮਾਣਦੇ ਹਨ, ਪਰ ਲਾਪਰਵਾਹੀ ਨਾਲ ਜਿਉਣ ਵਾਲੇ ਜ਼ਿੰਦਗੀ ਵਧੇਰੇ ਜਿਉਂਦੇ ਹਨ। ਜਿੱਥੇ ਜਾਂਦੇ ਹਨ ਉੱਥੋਂ ਦੇ ਹੋ ਜਾਂਦੇ ਹਨ, ਜਿਸ ਨੂੰ ਮਿਲਦੇ ਹਨ ਉਸਦੇ ਹੋ ਜਾਂਦੇ ਹਨ। ਇਹ ਵਰਤਮਾਨ ਵਿੱਚ ਜਿਉਂਦੇ ਹਨ। ਧੰਨਵਾਦ। ਲੜਕੀਆਂ ਦੀ ਸੂਝ। ਬਚਪਨ ਤੋਂ ਹੀ ਲੜਕੀਆਂ ਦੀ ਸੂਝ ਤਿੱਖੀ, ਆਲੇ ਦੁਆਲੇ ਬਾਰੇ ਚੇਤਨਾ ਵਧੇਰੇ, ਕਿਸੇ ਵੱਲੋਂ ਵੇਖੇ ਜਾਣ ਦੀ ਸੋਝੀ ਵੱਧ, ਆਪਣੇ ਆਪ ਬਾਰੇ ਸੋਚ ਗਹਿਰੀ, ਚੰਗੇ ਲੱਗਣ ਦੀ ਇੱਛਾ ਤੀਬਰ ਤੇ ਪ੍ਰਵਾਨਗੀ ਦੀ ਤਾਂਘ ਵਧੇਰੇ ਹੁੰਦੀ ਹੈ। ਇਹ ਪੱਖ ਉਹਨਾਂ ਦੇ ਸਮੁੱਚੇ ਵਿਹਾਰ ਨੂੰ ਨਿਰਧਾਰਤ ਕਰਦੇ ਹਨ। ਦੂਜਿਆਂ ਦੇ ਇਰਾਦਿਆਂ ਨੂੰ ਸਮਝਣ ਵਿੱਚ ਲੜਕੀਆਂ ਵਧੇਰੇ ਮਾਹਿਰ ਹੁੰਦੀਆਂ ਹਨ। ਉਹ ਸਹੀ ਗਲਤ ਦਾ ਅੰਤਰ ਜਾਣਦੀਆਂ ਹਨ। ਪਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਭਾਵੁਕ ਹੋਣ ਕਰਕੇ ਉਹਨਾਂ ਦੇ ਗੁੰਮਰਾਹ ਹੋਣ ਤੇ ਧੋਖਾ ਖਾਣ ਦੀਆਂ ਸੰਭਾਵਨਾਵਾਂ ਵਧੇਰੇ ਹੁੰਦੀਆਂ ਹਨ। ਇਹ ਸਰੀਰਕ ਪੱਖੋਂ ਮੁੰਡਿਆਂ ਨਾਲੋਂ ਕਮਜ਼ੋਰ ਹੁੰਦੀਆਂ ਹਨ, ਪਰ ਇਹਨਾਂ ਦੀ ਕਲਪਨਾ ਸ਼ਕਤੀ ਵਧੇਰੇ ਤੇ ਵਿਸ਼ਾਲ ਹੁੰਦੀ ਹੈ। ਇਹ ਬੋਲਣਾ, ਪੜ੍ਹਨਾ, ਲਿਖਣਾ ਜਲਦੀ ਸਿੱਖਦੀਆਂ ਹਨ। ਇਹ ਸੁਭਾਅ ਵਜੋਂ ਹੀ ਕਲਾਕਾਰ ਹੁੰਦੀਆਂ ਹਨ। ਜਦੋਂ ਤੱਕ ਪਰਿਵਾਰ ਵਿੱਚ ਧੀ ਨਾ ਹੋਵੇ, ਪੁਰਸ਼ ਵਿੱਚ ਪਿਤਾ ਵਾਲੇ ਗੁਣ ਨਹੀਂ ਉਪਜਦੇ ਤੇ ਪਿਤਾ ਤੇ ਭਰਾਵਾਂ ਦਾ ਵਿਹਾਰ ਸਹੀ ਲੀਹ 'ਤੇ ਨਹੀਂ ਪੈਂਦਾ। ਧੰਨਵਾਦ। ਯਹੂਦੀ ਤੇ ਪਾਰਸੀ। ਯਹੂਦੀਆਂ ਤੇ ਪਾਰਸੀਆਂ ਵਿੱਚ ਕੋਈ ਵਿਅਕਤੀ ਨਿਕੰਮਾ ਨਹੀਂ ਹੁੰਦਾ। ਇਹ ਨੌਕਰ ਨਹੀਂ, ਮਾਲਕ ਬਣਦੇ ਹਨ। ਇਹ ਸ਼ਹਿਰੀ ਹੁੰਦੇ ਹਨ, ਸ਼ਹਿਰਾਂ ਵਿੱਚ ਰਹਿੰਦੇ ਹਨ। ਜਿੱਥੇ ਰਹਿੰਦੇ ਹਨ ਉਹ ਸ਼ਹਿਰ ਬਣ ਜਾਂਦੇ ਹਨ। ਇਹ ਜਿੱਥੇ ਵੀ ਜਾਂਦੇ ਤੇ ਕਾਰੋਬਾਰ ਕਰਦੇ ਹਨ, ਉੱਥੇ ਕਾਮਯਾਬ ਹੁੰਦੇ ਹਨ। ਇਹ ਜਾਂਦੇ ਹੀ ਉੱਥੇ ਹਨ ਜਿੱਥੇ ਕਾਮਯਾਬੀ ਉਡੀਕ ਰਹੀ ਹੁੰਦੀ ਹੈ। ਇਹਨਾਂ ਕੋਲ ਕਾਮਯਾਬੀ ਦੇ ਪਰਖੇ ਹੋਏ ਮੰਤਰ ਹੁੰਦੇ ਹਨ। ਲੋਕ ਬੈਂਕਾਂ ਵਿੱਚ ਖਾਤਾ ਖੋਲ੍ਹਦੇ ਹਨ, ਇਹ ਬੈਂਕ ਖੋਲ੍ਹਦੇ ਹਨ। ਅਮਰੀਕਾ ਦੇ ਲਗਭਗ ਸਾਰੇ ਵੱਡੇ ਬੈਂਕਾਂ ਦੇ ਮਾਲਕ ਯਹੂਦੀ ਹਨ। ਇਹਨਾਂ ਦੀ ਸੋਚ ਤੇ ਵਿਹਾਰ ਵਿੱਚ ਸਫਲਤਾ ਲੁਕੀ ਹੁੰਦੀ ਹੈ। ਇਹ ਅਸਫਲ ਹੋਣਾ ਜਾਣਦੇ ਹੀ ਨਹੀਂ। ਭਾਰਤ ਵਿੱਚ ਟਾਟਾ ਪਰਿਵਾਰ ਪਾਰਸੀ ਹੈ। ਸੋਨਾ ਵੇਚਣ ਖਰੀਦਣ ਦੇ ਭਾਰਤ ਵਿੱਚ ਵੱਡੇ ਵਪਾਰੀ ਪਾਰਸੀ ਹਨ। ਅਜੇ ਤੱਕ ਕਿਸੇ ਟਾਟਾ ਕੰਪਨੀ ਵਿੱਚ ਹੜਤਾਲ ਨਹੀਂ ਹੋਈ। ਟਾਟਾ ਦੀਆਂ 1000 ਤੋਂ ਵਧੇਰੇ ਕੰਪਨੀਆਂ ਹਨ। ਧੰਨਵਾਦ। ਅਮਰੀਕਾ। ਕੁਝ ਨਵਾਂ ਸੋਚਣ ਤੇ ਕੁਝ ਨਵਾਂ ਕਰਨ ਦਾ ਵਿਅਕਤੀਗਤ ਸਾਹਸ ਜਵਾਨੀ ਵਿੱਚ ਹੁੰਦਾ ਹੈ। ਅਮਰੀਕਾ ਜਵਾਨਾਂ ਦਾ ਦੇਸ਼ ਹੈ। ਇਹ ਸੰਸਾਰ ਭਰ ਦੇ ਜਵਾਨਾਂ ਨੂੰ ਖਿੱਚਦਾ ਹੈ। ਇਹ ਜਵਾਨ ਅਮਰੀਕਾ ਨੂੰ ਜਵਾਨ ਰੱਖਦੇ ਹਨ। ਅਮਰੀਕਾ ਵਿੱਚ ਬੁੱਢੇ ਵੀ ਜਵਾਨ ਹਨ, ਜਦੋਂ ਕਿ ਪਰੰਪਰਾਗਤ ਦੇਸ਼ਾਂ ਵਿੱਚ
ਜਵਾਨ ਵੀ ਅੱਧਖੜਾਂ ਵਾਂਗ ਵਿਹਾਰ ਕਰਦੇ ਹਨ। ਅੰਤਰ ਸਾਫ਼ ਵਿਖਾਈ ਦਿੰਦਾ ਹੈ। ਧੰਨਵਾਦ। ਸੁਪਨੇ ਤੇ ਯਥਾਰਥ। ਜਦੋਂ ਕੁਝ ਮਹੱਤਵਪੂਰਨ ਕਰਨ ਲੱਗੋਗੇ ਤਾਂ ਪਹਿਲਾਂ ਤੁਹਾਡੇ ਸੁਪਨੇ ਯਥਾਰਥ ਨਾਲ ਟਕਰਾਉਣਗੇ। ਬੜੀ ਨਿਰਾਸ਼ਤਾ ਹੋਏਗੀ। ਕੁਝ ਵੀ ਵਿਉਂਤ ਅਨੁਸਾਰ ਨਹੀਂ ਵਾਪਰੇਗਾ। ਤੁਸੀਂ ਉਹ ਕਾਰਜ ਤਿਆਗਣ ਬਾਰੇ ਸੋਚੋਗੇ, ਪਰ ਜੇ ਅੜੇ ਰਹੋਗੇ, ਜੂਝਦੇ ਰਹੋਗੇ ਤਾਂ ਸੁਪਨੇ ਕੁਝ ਸੰਭਵ ਪ੍ਰਤੀਤ ਹੋਣ ਲੱਗ ਪੈਣਗੇ ਅਤੇ ਨਿਰਾਸ਼ਤਾ ਦੀ ਥਾਂ ਤਸੱਲੀ ਲੈਣ ਲੱਗ ਪਏਗੀ। ਤੁਹਾਡੀ ਹਿੰਮਤ ਵੱਧ ਜਾਏਗੀ। ਵਧੇ ਹੋਏ ਹੌਸਲੇ ਅਤੇ ਅਨੁਭਵ ਨਾਲ ਜੋ ਕਰਨਾ ਚਾਹਿਆ ਸੀ ਉਹ ਕਰਨ ਵਿੱਚ ਸਫਲਤਾ ਮਿਲਣ ਲੱਗ ਜਾਏਗੀ। ਹੌਲੀ ਹੌਲੀ ਤੁਸੀਂ ਸਫਲ ਹੀ ਨਹੀਂ ਹੋਵੋਗੇ, ਹੋਰਾਂ ਲਈ ਉਦਾਹਰਣ ਵੀ ਬਣ ਜਾਓਗੇ। ਧੰਨਵਾਦ। ਪਿਆਰ ਦੇ ਮੁੱਢਲੇ ਦੌਰ। ਮਨੋਵਿਗਿਆਨਿਕ ਖੋਜ ਦੱਸਦੀ ਹੈ ਕਿ ਪਿਆਰ ਦੇ ਮੁੱਢਲੇ ਦੌਰ ਵਿੱਚ ਪ੍ਰਸੰਨਤਾ ਲਗਭਗ 80% ਅਤੇ ਪਰੇਸ਼ਾਨੀ ਲਗਭਗ 20% ਹੁੰਦੀ ਹੈ। ਹੌਲੀ ਹੌਲੀ ਇਹ ਅਨੁਪਾਤ ਉਲਟਣ ਲੱਗ ਪੈਂਦਾ ਹੈ, ਜਿਸ ਕਾਰਨ ਪ੍ਰੇਮੀ ਰੋਗੀਆਂ ਵਾਂਗ ਪ੍ਰਤੀਤ ਹੋਣ ਲੱਗ ਪੈਂਦੇ ਹਨ। ਜਦੋਂ ਪ੍ਰਸੰਨਤਾ ਲਗਭਗ 10% ਰਹਿ ਜਾਂਦੀ ਹੈ ਤਾਂ ਆਤਮਘਾਤ ਦੇ ਭਾਵ ਉਪਜਦੇ ਹਨ, ਪਰ ਪ੍ਰੇਮੀ ਪ੍ਰੇਮਿਕਾ ਦੋਵੇਂ ਅਨੁਪਾਤ ਦੇ ਸੁਧਰਨ ਦੀ ਆਸ ਵਿੱਚ ਜੁੜੇ ਰਹਿੰਦੇ ਹਨ। ਪਹਿਲੇ ਪਿਆਰ ਵਾਲੇ ਪ੍ਰੇਮੀਆਂ ਵਿੱਚ ਬੇਚੈਨੀ, ਤਣਾਅ, ਨਿਰਾਸ਼ਤਾ ਅਤੇ ਪਰੇਸ਼ਾਨੀ ਬਰਦਾਸ਼ਤ ਕਰਨ ਦੀ ਸਮਰੱਥਾ ਨਹੀਂ ਹੁੰਦੀ, ਜਿਸ ਕਾਰਨ ਉਹ ਵਿਆਹ ਕਰਨ ਦੀ ਜ਼ਿੱਦ ਕਰਦੇ ਹਨ ਅਤੇ ਵਿਆਹ ਕਰਵਾ ਕੇ ਉਹ ਪ੍ਰਸੰਨਤਾ, ਪਰੇਸ਼ਾਨੀ ਵਿੱਚ ਗੋਤੇ ਖਾਂਦੇ ਭੀੜ ਵਿੱਚ ਗੁਆਚ ਜਾਂਦੇ ਹਨ, ਕਿਉਂਕਿ ਆਲੇ ਦੁਆਲੇ ਦੀ ਉਹਨਾਂ ਵਿੱਚ ਦਿਲਚਸਪੀ ਮੁੱਕ ਜਾਂਦੀ ਹੈ। ਧੰਨਵਾਦ। ਲੜਕੀਆਂ ਦੀ ਮਰਜ਼ੀ। ਪੁਰਸ਼ ਅਕਸਰ ਔਰਤਾਂ ਅਤੇ ਲੜਕੀਆਂ ਬਾਰੇ ਫੈਸਲੇ ਕਰਨੇ ਆਪਣਾ ਅਧਿਕਾਰ ਸਮਝਦੇ ਹਨ ਅਤੇ ਬਹੁਤੇ ਫੈਸਲੇ ਰੋਕਾਂ ਲਾਉਣ ਸੰਬੰਧੀ ਹੁੰਦੇ ਹਨ। ਇੱਕ ਕਾਲਜ ਵਿੱਚ ਪ੍ਰਬੰਧਕ ਪੁਰਸ਼ਾਂ ਨੇ ਕਾਲਜ ਵਿੱਚ ਵਿਦਿਆਰਥਣਾਂ ਲਈ ਪਹਿਰਾਵੇ ਦੇ ਸਕੂਲਾਂ ਵਾਲੇ ਨੇਮ ਲਾਗੂ ਕਰ ਦਿੱਤੇ। ਕਿਸੇ ਨਹੀਂ ਮੰਨੇ, ਕਿਉਂਕਿ ਉਹ ਮੰਨਣਯੋਗ ਹੈ ਹੀ ਨਹੀਂ ਸਨ। ਉਸੇ ਕਾਲਜ ਵਿੱਚ ਲੜਕੀਆਂ ਵਾਸਤੇ ਵੱਖਰੀ ਬੱਸ ਚਲਾਈ ਗਈ, ਫੇਲ ਹੋ ਗਈ, ਕਿਉਂਕਿ ਲੜਕੀਆਂ ਕਾਲਜ ਵਿੱਚ ਲੜਕਿਆਂ ਨਾਲ ਆਉਣਾ ਜਾਣਾ ਪਸੰਦ ਕਰਦੀਆਂ ਸਨ। ਅਜਿਹਾ ਸਧਾਰਨ ਬੱਸਾਂ ਵਿੱਚ ਹੀ ਸੰਭਵ ਸੀ, ਜਿਸ ਕਾਰਨ ਉਹ ਕਾਲਜ ਦੀ ਬੱਸ ਨਹੀਂ ਸੀ ਚੜ੍ਹਦੀਆਂ। ਅਮਰੀਕਾ ਅਤੇ ਯੂਰਪ ਵਿੱਚ ਕੇਵਲ ਲੜਕੀਆਂ ਦੇ ਸਕੂਲ ਕਾਲਜ ਫੇਲ ਹੋ ਗਏ ਹਨ। ਭਾਰਤ ਵਿੱਚ ਕੇਵਲ ਲੜਕੀਆਂ ਵਾਸਤੇ ਯੂਨੀਵਰਸਿਟੀਆਂ ਖੋਲ੍ਹੀਆਂ ਜਾ ਰਹੀਆਂ ਹਨ। ਇਹਨਾਂ ਯੂਨੀਵਰਸਿਟੀਆਂ ਦੀ ਕਾਰਗੁਜ਼ਾਰੀ ਨੀਵੀਂ ਹੀ ਰਹੇਗੀ। ਲੜਕੀਆਂ ਉੱਤੇ ਭਾਂਤ-ਭਾਂਤ ਦੀਆਂ ਪਾਬੰਦੀਆਂ ਲਾ ਕੇ ਪੁਰਸ਼ ਹਾਸੋਹੀਣੇ ਸਿੱਧ ਹੋ ਰਹੇ ਹਨ। ਹੁਣ ਮੁਸਲਿਮ ਦੇਸ਼ਾਂ ਵਿੱਚ ਵੀ ਲੜਕੀਆਂ, ਇਸਤਰੀਆਂ ਆਪਣੇ ਫੈਸਲੇ ਆਪ ਕਰਨ ਲੱਗ ਪਈਆਂ ਹਨ। ਬੁਰਕਾ ਹੁਣ ਅਨਪੜ੍ਹ ਮੁਸਲਿਮ ਔਰਤਾਂ ਹੀ ਪਹਿਨਦੀਆਂ ਹਨ। ਪੜ੍ਹੀਆਂ ਲਿਖੀਆਂ ਇਸਤਰੀਆਂ ਆਧੁਨਿਕ ਲਿਬਾਸ ਪਹਿਨਦੀਆਂ ਹਨ। ਇਸਤਰੀਆਂ ਨੇ ਲਿਬਾਸ ਦੇ ਪੱਖੋਂ ਨਿੱਤ ਨਵੇਂ ਪ੍ਰਯੋਗ ਕਰਨੇ ਹੁੰਦੇ ਹਨ। ਇੱਕੋ ਜਿਹਾ ਲਿਬਾਸ ਪਹਿਨਣ ਵਾਲੇ ਪੁਰਸ਼ ਇਹ ਗੱਲ ਸਮਝਦੇ ਹੀ ਨਹੀਂ। ਧੰਨਵਾਦ। ਜੌਹਨ ਕੀਟਸ। ਵਿਸ਼ਵ ਪ੍ਰਸਿੱਧ ਅੰਗਰੇਜ਼ੀ ਰੋਮਾਂਟਿਕ ਕਵੀ ਜੌਨ ਕੀਟਸ 26 ਸਾਲ ਦੀ ਉਮਰ ਵਿੱਚ ਵਿਸ਼ਵ ਭਰ ਵਿੱਚ ਪ੍ਰਸਿੱਧ ਹੋ ਕੇ ਤਪਦਿਕ ਦੇ ਰੋਗ ਨਾਲ ਮਰ ਵੀ ਗਿਆ ਸੀ। ਜਦੋਂ 8 ਸਾਲ ਦਾ ਸੀ ਤਾਂ ਪਿਤਾ ਘੋੜਸਵਾਰੀ ਕਰਦਿਆਂ ਡਿੱਗ ਕੇ ਮਰ ਗਿਆ ਸੀ। ਪਤੀ ਦਾ ਵਿਛੋੜਾ ਨਾ ਬਰਦਾਸ਼ਤ ਕਰਦੀ ਕੀਟਸ ਦੀ ਮਾਂ 7 ਸਾਲ ਮਗਰੋਂ ਮਰ ਗਈ ਅਤੇ 2 ਪੁੱਤਰ ਤੇ 1 ਧੀ ਯਤੀਮ ਛੱਡ ਗਈ। ਜਿਸ ਸਹੇਲੀ ਨੂੰ ਮਾਂ ਨੇ ਬੱਚਿਆਂ ਦੀ ਜ਼ਿੰਮੇਵਾਰੀ ਸੌਂਪੀ ਸੀ, ਉਸਨੇ ਕੀਟਸ ਨੂੰ ਸਕੂਲ ਵਿੱਚੋਂ ਹਟਾ ਕੇ ਇੱਕ ਡਾਕਟਰ ਦਾ ਕੰਪਾਊਂਡਰ ਲਵਾ ਦਿੱਤਾ ਤਾਂ ਕਿ ਭੈਣ ਭਰਾਵਾਂ ਦਾ ਗੁਜ਼ਾਰਾ ਹੋ ਸਕੇ। ਕੀਟਸ ਨੂੰ ਪੜ੍ਹਨ ਦਾ ਸ਼ੌਕ ਸੀ। ਸਕੂਲ ਦੌਰਾਨ ਜਦੋਂ ਵਕਤ ਮਿਲਦਾ ਉਹ ਸਕੂਲ ਦੀ ਲਾਇਬ੍ਰੇਰੀ ਵਿੱਚ ਬਹਿ ਕੇ ਪੁਸਤਕਾਂ ਪੜ੍ਹਦਾ ਸੀ। ਕਵਿਤਾ ਚੰਗੀ ਲੱਗਦੀ ਸੀ। ਉਸਨੇ ਸਾਰੇ ਪ੍ਰਸਿੱਧ ਕਵੀਆਂ ਨੂੰ ਪੜ੍ਹਿਆ ਅਤੇ ਆਪ ਵੀ ਕਵਿਤਾ ਲਿਖਣ ਲੱਗ ਪਿਆ। ਕੋਈ ਸਲਾਹਕਾਰ, ਮਾਰਗਦਰਸ਼ਕ ਨਹੀਂ ਸੀ।
ਤਪਦਿਕ ਦੇ ਰੋਗ ਨੇ ਉਸਦੀ ਅਨੁਭਵ ਤੇ ਮਹਿਸੂਸ ਕਰਨ ਦੀ ਸ਼ਿੱਦਤ ਵਧਾ ਦਿੱਤੀ ਸੀ। ਉਸਦੀ ਵੇਦਨਾ ਨੇ ਉਹਦੀਆਂ ਕਵਿਤਾਵਾਂ ਵਿੱਚ ਦਰਦ ਵਧਾ ਦਿੱਤਾ, ਡੂੰਘਾਈ ਲੈ ਆਉਂਦੀ। 26 ਸਾਲ ਦੀ ਉਮਰ ਵਿੱਚ ਉਹ ਮਿਸਾਲ ਵਾਂਗ ਬਲ ਕੇ ਬੁਝ ਗਿਆ। ਧੰਨਵਾਦ। ਚੰਡੀਗੜ੍ਹ। ਕਾਰਬੂਜ਼ੀਅਰ ਭਵਨ ਨਿਰਮਾਣਕਾਰ ਸੀ। ਹੈ ਉਹ ਫਰਾਂਸ ਦਾ ਸੀ, ਪਰ ਪ੍ਰਸਿੱਧ ਉਹ ਸਾਰੇ ਸੰਸਾਰ ਵਿੱਚ ਹੋਇਆ। ਉਸਨੇ ਸੰਸਾਰ ਭਰ ਵਿੱਚ 50 ਤੋਂ ਵਧੇਰੇ ਇਮਾਰਤਾਂ ਅਤੇ ਸ਼ਹਿਰਾਂ ਦੀ ਵਿਉਂਤਬੰਦੀ ਕੀਤੀ। ਉਹ ਨਕਸ਼ਿਆਂ ਦਾ ਮਾਹਿਰ ਸੀ, ਜਿਓਮੈਟਰੀ ਦਾ ਉਸਤਾਦ ਸੀ। ਨਹਿਰੂ ਨੇ ਉਹਨੂੰ ਚੰਡੀਗੜ੍ਹ ਉਸਾਰਨ ਦੀ ਜ਼ਿੰਮੇਵਾਰੀ ਸੌਂਪੀ, ਜਿੱਥੇ ਕਾਰਬੂਜ਼ੀਅਰ ਨੇ ਕਈ ਪ੍ਰਯੋਗ ਕੀਤੇ ਅਤੇ ਆਪਣੇ ਸੁਪਨਿਆਂ ਨੂੰ ਅਸਲੀ ਜਾਮਾ ਪਹਿਨਾਇਆ। ਭਾਰਤ ਦਾ ਇੱਕਮਾਤਰ ਆਧੁਨਿਕ ਸ਼ਹਿਰ ਚੰਡੀਗੜ੍ਹ ਹੈ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ ਇਮਾਰਤ ਕਾਰਬੂਜ਼ੀਅਰ ਦੀ ਉਸਾਰੀ ਹੋਈ ਹੈ। ਧੰਨਵਾਦ। ਨਿਰਭੈ ਯੋਧਾ। ਵਿਗਿਆਨਕ ਪਹੁੰਚ ਸਿਰਜਣਾਤਮਕ ਹੁੰਦੀ ਹੈ। ਵਿਗਿਆਨ ਦਾ ਉਦੇਸ਼ ਗਿਆਨ ਇਕੱਤਰ ਕਰਨਾ ਨਹੀਂ, ਸਮੱਸਿਆਵਾਂ ਸੁਲਝਾਉਣਾ ਹੈ। ਧਰਮ ਨਾਲੋਂ ਇਹ ਵਖਰੇਵਾਂ ਵਿਗਿਆਨ ਦੀ ਚੜ੍ਹਤ ਦਾ ਕਾਰਨ ਬਣਿਆ ਹੈ। ਵਿਗਿਆਨ ਵਿੱਚ ਜਦੋਂ ਕੁਝ ਨਵਾਂ ਕੀਤਾ ਜਾਂਦਾ ਹੈ ਤਾਂ ਸਾਰਾ ਸੰਸਾਰ ਧਿਆਨ ਦਿੰਦਾ ਹੈ। ਹੰਫਰੀ ਡੇਵੀ ਰਸਾਇਣ ਵਿਗਿਆਨੀ ਸੀ। ਉਹ ਨਵੇਂ ਅਤੇ ਖਤਰਨਾਕ ਸਮਝੇ ਜਾਂਦੇ ਪ੍ਰਯੋਗ ਕਰਦਾ ਰਹਿੰਦਾ ਸੀ। ਉਸਦੀ ਪ੍ਰਯੋਗਸ਼ਾਲਾ ਵਿੱਚ ਕਈ ਧਮਾਕੇ ਹੋ ਚੁੱਕੇ ਸਨ। ਇੱਕ ਧਮਾਕੇ ਵਿੱਚ ਉਸਦੀ ਨਜ਼ਰ ਵੀ ਜਾਂਦੀ ਰਹੀ। ਉਸਦੇ ਇਹਨਾਂ ਪ੍ਰਯੋਗਾਂ ਕਾਰਨ ਉਸ ਨੂੰ ਰਸਾਇਣ ਵਿਗਿਆਨ ਦਾ ਨਿਰਭੈ ਯੋਧਾ ਕਿਹਾ ਜਾਂਦਾ ਹੈ। ਧੰਨਵਾਦ। ਸਾਦਗੀ। ਜਦੋਂ ਕਿਸੇ ਲੜਕੇ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਹੋਵੇ ਤਾਂ ਹਰੇਕ ਸੋਹਣੀ ਲੜਕੀ ਵਿੱਚੋਂ ਉਸਦੀ ਮਾਂ ਨੂੰ ਨੂੰਹ ਦਿਸਣ ਲੱਗ ਪੈਂਦੀ ਹੈ, ਪਰ ਵੱਖ-ਵੱਖ ਕਾਰਨਾਂ ਕਰਕੇ ਗੱਲ ਸਿਰੇ ਨਹੀਂ ਚੜ੍ਹਦੀ। ਲੜਕੇ ਨੂੰ ਤਾਂ ਜਲਦੀ ਹੀ ਸੋਝੀ ਹੋ ਜਾਂਦੀ ਹੈ ਕਿ ਫੈਸਲਾ ਉਸਨੇ ਹੀ ਨਹੀਂ ਕਰਨਾ, ਲੜਕੀ ਨੇ ਵੀ ਕਰਨਾ ਹੁੰਦਾ ਹੈ। ਇਸ ਸੋਝੀ ਨਾਲ ਉਹ ਸੁਪਨਿਆਂ ਦੀ ਪੌੜੀ ਦੇ ਕਈ ਡੰਡੇ ਥੱਲੇ ਉਤਰ ਆਉਂਦਾ ਹੈ। ਕੋਈ ਫਰਕ ਨਹੀਂ ਪੈਂਦਾ ਕਿ ਲੜਕਾ ਘੋੜੀ 'ਤੇ ਆਵੇ ਜਾਂ ਹੈਲੀਕਾਪਟਰ 'ਤੇ ਆਵੇ। 1 ਮਹੀਨੇ ਮਗਰੋਂ ਸਭ ਕੁਝ ਭੁੱਲ ਭੁਲਾ ਜਾਂਦਾ ਹੈ ਅਤੇ ਇਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਭਾਂਡੇ ਤੋਂ ਕਲੀ ਉਤਰ ਗਈ ਹੋਵੇ। ਸਰਲ ਸਾਦਾ ਵਿਆਹ ਵਧੇਰੇ ਤਸੱਲੀ ਦਿੰਦਾ ਹੈ, ਕਿਉਂਕਿ ਦੋਵੇਂ ਜ਼ਮੀਨ 'ਤੇ ਰਹਿੰਦੇ ਹਨ। ਭੁਲੇਖਿਆਂ ਦੀਆਂ ਸੱਟਾਂ ਨਹੀਂ ਲੱਗਦੀਆਂ ਅਤੇ ਸੁਪਨੇ ਟੁੱਟਣ ਦਾ ਦਰਦ ਨਹੀਂ ਹੁੰਦਾ। ਧੰਨਵਾਦ। ਬਦਨਾਮੀ। ਵੇਸਵਾ ਦੇ ਚੁਬਾਰੇ ਜਾਣ ਦਾ ਹਰ ਕਿਸੇ ਦਾ ਹੌਸਲਾ ਨਹੀਂ ਪੈਂਦਾ। ਮਜ਼ਬੂਤ ਦਿਲ ਅਤੇ ਤਕੜਾ ਸਰੀਰ ਹੋਣਾ ਚਾਹੀਦਾ ਹੈ। ਬੰਦਾ ਸ਼ਿਕਾਰੀ, ਹੁਸ਼ਿਆਰ ਅਤੇ ਤਜਰਬੇਕਾਰ ਹੋਣਾ ਚਾਹੀਦਾ ਹੈ, ਨਹੀਂ ਤਾਂ ਭੇਡ ਵਾਂਗ ਮੁੰਨਿਆ ਜਾਂਦਾ ਹੈ। ਝੰਡ ਕਰਵਾ ਕੇ, ਜੇਬ ਕਟਵਾ ਕੇ ਵਾਪਸ ਮੁੜਦਾ ਹੈ। ਇੱਥੇ ਕੋਈ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਇੱਥੇ ਸ਼ੁੱਧ ਵਪਾਰ ਹੁੰਦਾ ਹੈ। ਇੱਥੇ ਜਾਣ ਵਾਲੇ ਪੇਂਡੂਆਂ ਦੀ ਵੇਖੇ ਜਾਣ 'ਤੇ ਪਿੰਡ ਵਿੱਚ ਬਦਨਾਮੀ ਹੁੰਦੀ ਹੈ, ਪਰ ਇੱਥੇ ਜਾਣ ਵਾਲੇ ਲਾਲਿਆਂ, ਚੌਧਰੀਆਂ, ਸ਼ਰਾਬੀਆਂ, ਮਰਾਸੀਆਂ ਦੀ ਬਦਨਾਮੀ ਨਹੀਂ ਹੁੰਦੀ, ਕਿਉਂਕਿ ਇਹਨਾਂ ਦੀ ਇੱਜ਼ਤ ਵੀ ਨਹੀਂ ਹੁੰਦੀ। ਧੰਨਵਾਦ। ਸਹੀ ਵਿਹਾਰ। ਭਾਰਤ ਵਿੱਚ ਅਸੀਂ ਸਹੀ ਵਿਹਾਰ ਉਦੋਂ ਹੀ ਕਰਦੇ ਹਾਂ ਜਦੋਂ ਕੋਈ ਵੇਖ ਰਿਹਾ ਹੋਵੇ। ਯੂਰਪ ਵਿੱਚ ਸਹੀ ਵਿਹਾਰ ਕਰਨਾ ਲੋਕਾਂ ਦੀ ਆਦਤ ਹੁੰਦੀ ਹੈ। ਭਾਵੇਂ ਕੋਈ ਵੇਖ ਰਿਹਾ ਹੋਵੇ, ਭਾਵੇਂ ਨਾ, ਸਹੀ ਵਿਹਾਰ ਹੀ ਕੀਤਾ ਜਾਂਦਾ ਹੈ। ਅਸੀਂ ਲਾਲ ਬੱਤੀ 'ਤੇ ਤਾਂ ਹੀ ਰੁਕਦੇ ਹਾਂ ਜੇ ਟ੍ਰੈਫਿਕ ਪੁਲਿਸ ਵਾਲਾ ਵੇਖ ਰਿਹਾ ਹੋਵੇ। ਯੂਰਪ ਵਿੱਚ ਲਾਲ ਬੱਤੀ 'ਤੇ ਹਰ ਕੋਈ ਹਰ ਹਾਲਤ ਵਿੱਚ ਰੁਕਦਾ ਹੈ, ਰੁਕਿਆ ਜਾਂਦਾ ਹੈ, ਕਿਉਂਕਿ ਉੱਥੇ ਲਾਲ ਬੱਤੀ ਰੁਕਣ ਦਾ ਸੰਕੇਤ ਹੁੰਦੀ ਹੈ। ਅਸੀਂ ਅਮੀਰ ਖੁਸ਼ਹਾਲ ਹੋ ਕੇ ਮਗਰੋਂ ਸਹੀ ਵਿਹਾਰ ਕਰਨ ਬਾਰੇ ਸੋਚਦੇ ਹਾਂ, ਪਰ ਨਹੀਂ ਜਾਣਦੇ ਕਿ ਅਸੀਂ ਸਹੀ ਵਿਹਾਰ ਨਾਲ ਹੀ ਅਮੀਰ ਖੁਸ਼ਹਾਲ ਹੋਵਾਂਗੇ। ਧੰਨਵਾਦ। ਵਾਇਲਨ ਵਾਦਕ।
ਇੱਕ ਸਪੈਨਿਸ਼ ਵਾਇਲਨ ਵਾਦਕ ਨੂੰ ਲੋਕ ਜੀਨੀਅਸ ਕਹਿੰਦੇ ਸਨ। ਉਹ ਕਿਹਾ ਕਰਦਾ ਸੀ, ਮੈਂ 35 ਸਾਲ ਹਰ ਰੋਜ਼ 14 ਘੰਟੇ ਰਿਆਜ਼ ਕੀਤਾ ਹੈ ਅਤੇ ਮੈਨੂੰ ਕੇਵਲ ਜੀਨੀਅਸ ਹੀ ਕਹਿੰਦੇ ਹਨ। ਧੰਨਵਾਦ। ਤਕਨਾਲੋਜੀ ਦਾ ਵਿਕਾਸ। ਤਕਨਾਲੋਜੀ ਦੇ ਵਿਕਾਸ ਨਾਲ ਪੁਰਾਣੀ ਕਿਸਮ ਦੇ ਘੱਟ ਉਜਰਤ ਵਾਲੇ ਸਰਲ ਰੁਜ਼ਗਾਰ ਲੋਪ ਹੋ ਜਾਂਦੇ ਹਨ ਅਤੇ ਵੱਧ ਉਜਰਤ ਵਾਲੇ ਗੁੰਝਲਦਾਰ ਰੁਜ਼ਗਾਰ ਉਪਜਦੇ ਹਨ। ਕੱਪੜਾ ਉਦਯੋਗ ਨੇ ਜੁਲਾਹੇ ਮੁਕਾ ਦਿੱਤੇ ਹਨ। ਮਸ਼ੀਨਾਂ ਨਾਲ ਬਣਨ ਵਾਲੇ ਕੱਪੜਿਆਂ ਦੇ ਉਦਯੋਗ ਨੇ ਦਰਜੀ ਮੁਕਾ ਦੇਣੇ ਹਨ। ਯੂਰਪ ਵਿੱਚ ਮੁਕਾ ਦਿੱਤੇ ਹਨ। ਕੰਪਿਊਟਰ ਨਾਲ ਕਲਰਕ ਮੁੱਕ ਜਾਣਗੇ। ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨੇ ਧੋਬੀ ਮੁਕਾ ਦਿੱਤੇ ਹਨ। ਮੋਬਾਈਲ ਫੋਨਾਂ ਨੇ ਘੜੀਆਂ, ਕੈਮਰੇ, ਕੈਲਕੂਲੇਟਰ, ਚਿੱਠੀ ਪੱਤਰ, ਪ੍ਰੇਮ ਪੱਤਰ ਪਿੱਛੇ ਛੱਡ ਦਿੱਤੇ ਹਨ। ਵੈਕਿਊਮ ਕਲੀਨਰਾਂ ਨੇ ਜਮਾਂਦਾਰ ਮੁਕਾ ਦੇਣੇ ਹਨ। ਨਵੇਂ ਸੂਟਕੇਸਾਂ ਨੇ ਕੁਲੀਆਂ ਦੀ ਲੋੜ ਮੁਕਾ ਦਿੱਤੀ ਹੈ। ਟੈਂਪੂਆਂ, ਮੋਟਰਸਾਈਕਲਾਂ, ਕਾਰਾਂ, ਵੈਨਾਂ, ਟਰੱਕਾਂ ਆਦਿ ਨੇ ਟਾਂਗੇ, ਠੇਲੇ, ਰਿਕਸ਼ੇ, ਰੇਹੜੇ, ਗੱਡੇ ਮੁਕਾ ਦੇਣੇ ਹਨ। ਉਜਰਤਾਂ ਵਧਣ ਨਾਲ ਅਨਪੜ੍ਹਾਂ ਵਾਲੇ ਕੰਮਾਂ ਨੂੰ ਪੜ੍ਹੇ ਲਿਖੇ ਮਾਹਿਰ ਸੰਭਾਲ ਲੈਂਦੇ ਹਨ। ਜਿਵੇਂ ਧੋਬੀਆਂ ਦੀ ਥਾਂ ਡਰਾਈ ਕਲੀਨਰ, ਮਾਲਸ਼ੀਆਂ ਦੀ ਥਾਂ ਫਿਜ਼ੀਓਥੈਰੇਪਿਸਟ, ਨਾਈਆਂ ਦੀ ਥਾਂ ਸੈਲੂਨ, ਹਕੀਮਾਂ ਦੀ ਥਾਂ ਮਾਹਿਰ ਡਾਕਟਰਾਂ ਅਤੇ ਪਰਚੂਨ ਪੰਸਾਰੀਆਂ ਦੀ ਥਾਂ ਮਾਲਾਂ ਅਤੇ ਸਟੋਰਾਂ ਵਾਲੇ ਲੈ ਰਹੇ ਹਨ। ਧੰਨਵਾਦ। ਵਿਦਿਆਰਥੀ ਅਤੇ ਅਧਿਆਪਕ। 20ਵੀਂ ਸਦੀ ਦੇ ਅੰਤਲੇ ਦਹਾਕੇ ਦੇ ਮੱਧ ਵਿੱਚ ਭਾਰਤ ਦੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਮਸਕਟ, ਓਮਾਨ ਗਏ ਸਨ। ਓਮਾਨ ਦਾ ਬਾਦਸ਼ਾਹ ਕਿਸੇ ਨੂੰ ਹਵਾਈ ਅੱਡੇ 'ਤੇ ਲੈਣ ਜਾਂ ਸਵਾਗਤ ਲਈ ਨਹੀਂ ਜਾਂਦਾ ਸੀ। ਉਹ ਆਪਣੇ ਮਹਿਲ ਵਿੱਚ ਮਹਿਮਾਨ ਦਾ ਸਵਾਗਤ ਕਰਦਾ ਸੀ। ਸ਼ੰਕਰ ਦਿਆਲ ਸ਼ਰਮਾ ਦਾ ਉਹ ਹਵਾਈ ਅੱਡੇ 'ਤੇ ਸਵਾਗਤ ਕਰਨ ਲਈ ਪਹੁੰਚਿਆ। ਹਵਾਈ ਜਹਾਜ਼ ਦੀਆਂ ਪੌੜੀਆਂ ਕੋਲ ਖਲੋ ਕੇ ਸਵਾਗਤ ਕਰਨ ਦੀ ਥਾਂ ਉਹ ਜਹਾਜ਼ ਦੀਆਂ ਪੌੜੀਆਂ ਚੜ੍ਹ ਕੇ ਰਾਸ਼ਟਰਪਤੀ ਦੀ ਸੀਟ ਤੱਕ ਗਿਆ ਅਤੇ ਉਹਨਾਂ ਨੂੰ ਲੈ ਕੇ ਆਇਆ। ਥੱਲੇ ਪਹੁੰਚ ਕੇ ਉਹਨੇ ਡਰਾਈਵਰ ਨੂੰ ਡਰਾਈਵਰ ਵਾਲੀ ਸੀਟ ਛੱਡਣ ਲਈ ਕਿਹਾ ਅਤੇ ਆਪ ਸ਼ਾਹੀ ਕਾਰ ਚਲਾ ਕੇ ਆਪਣੇ ਮਹਿਲ ਲੈ ਕੇ ਗਿਆ। ਇਹ ਬਾਦਸ਼ਾਹ ਦਾ ਬੜਾ ਅਜੀਬ ਵਿਹਾਰ ਸੀ। ਸਾਰਾ ਦੇਸ਼ ਇਹਦੀਆਂ ਗੱਲਾਂ ਕਰ ਰਿਹਾ ਸੀ। ਪੱਤਰਕਾਰਾਂ ਨੇ ਜਦੋਂ ਇਸ ਬਾਰੇ ਜਾਣਨਾ ਚਾਹਿਆ ਤਾਂ ਬਾਦਸ਼ਾਹ ਨੇ ਕਿਹਾ, ਡਾਕਟਰ ਸ਼ੰਕਰ ਦਿਆਲ ਸ਼ਰਮਾ ਦਾ ਸਵਾਗਤ ਮੈਂ ਇੱਕ ਰਾਸ਼ਟਰਪਤੀ ਵਜੋਂ ਮਗਰੋਂ ਕੀਤਾ ਹੈ। ਉਹ ਪੂਨੇ 'ਚ ਮੇਰੇ ਅਧਿਆਪਕ ਸਨ। ਮੈਂ ਤਾਂ ਆਪਣੇ ਅਧਿਆਪਕ ਦਾ ਸਵਾਗਤ ਕੀਤਾ ਹੈ। ਮੈਂ ਉਵੇਂ ਸਵਾਗਤ ਕੀਤਾ ਹੈ ਜਿਵੇਂ ਇੱਕ ਵਿਦਿਆਰਥੀ ਨੂੰ ਆਪਣੇ ਅਧਿਆਪਕ ਦਾ ਕਰਨਾ ਚਾਹੀਦਾ ਹੈ। ਧੰਨਵਾਦ। ਸੰਗੀਤਕਾਰ ਦੀ ਮਹਾਨਤਾ। ਆਸਟਰੀਆ ਦੇਸ਼ ਵਿਸ਼ਵ ਵਿੱਚ ਹੋਰ ਚੀਜ਼ਾਂ ਦੇ ਨਾਲ ਆਪਣੇ ਸੰਗੀਤ ਕਾਰਨ ਪ੍ਰਸਿੱਧ ਹੈ। ਸੰਗੀਤ ਘਰਾਂ ਵਿੱਚ ਜਾਣਾ ਆਸਟਰੀਅਨ ਲੋਕਾਂ ਦਾ ਸ਼ੌਕ ਹੈ। ਆਸਟਰੀਅਨ ਸੰਗੀਤਕਾਰ ਮੋਜ਼ਾਰਟ ਵਿਸ਼ਵ ਦੇ ਪ੍ਰਮੁੱਖ ਸੰਗੀਤਕਾਰਾਂ 'ਚ ਗਿਣਿਆ ਜਾਂਦਾ ਹੈ। ਉਹ ਆਪਣੀ ਸੰਗੀਤ ਸ਼ੈਲੀ ਸਟਾਈਲ ਕਾਰਨ ਪ੍ਰਸਿੱਧ ਅਤੇ ਹਰਮਨ ਪਿਆਰਾ ਹੈ। ਇੱਕ ਵਾਰੀ ਉਹਨੇ ਇੱਕ ਹੋਰ ਉਸਤਾਦ ਸੰਗੀਤਕਾਰ ਬੈਕ ਨੂੰ ਸੁਣਿਆ, ਜਿਸ ਦਾ ਸਟਾਈਲ ਡੂੰਘਾ ਅਤੇ ਵਧੇਰੇ ਸੂਖਮ ਸੀ। ਬੈਕ ਨੂੰ ਸੁਣਨ ਉਪਰੰਤ ਮੋਜ਼ਾਰਟ ਨੂੰ ਆਪਣਾ ਆਪ ਸਿਖਾਂਦਰੂ ਪੱਧਰ ਦਾ ਲੱਗਿਆ। ਉਹ ਪਰੇਸ਼ਾਨ ਹੋਇਆ। ਉਸਦੀ ਹਉਮੈ ਨੂੰ ਸੱਟ ਵੱਜੀ, ਪਰ ਉਹ ਸੰਭਲ ਗਿਆ। ਉਸਨੇ ਬੈਕ ਦੀ ਸੰਗੀਤ ਸ਼ੈਲੀ ਦਾ ਡੂੰਘਾ ਅਧਿਐਨ ਕਰਕੇ ਆਪਣੀ ਸ਼ੈਲੀ ਨੂੰ ਨਿਰੰਤਰ ਕਈ ਸਾਲ ਰਿਆਜ਼ ਨਾਲ ਹੋਰ ਅਮੀਰ, ਹੋਰ ਡੂੰਘੀ, ਹੋਰ ਵਿਸਤ੍ਰਿਤ ਕੀਤਾ, ਜਿਸ ਨਾਲ ਉਸਦੀ ਸ਼ੈਲੀ ਹੋਰ ਭਾਵਪੂਰਤ ਹੋ ਗਈ। ਪਹਿਲਾਂ ਉਹ ਆਸਟਰੀਆ ਦਾ ਪ੍ਰਸਿੱਧ ਸੰਗੀਤਕਾਰ ਸੀ, ਹੁਣ ਵਿਸ਼ਵ ਦਾ ਮਹਾਨ ਸੰਗੀਤਕਾਰ ਹੈ। ਧੰਨਵਾਦ। ਕਲਪਨਾ। ਕਲਪਨਾ ਵਿਹੂਣੇ ਸਨਕੀ ਅਤੇ ਸੰਦੇਹਵਾਦੀ ਹਰੇਕ ਯਤਨ ਅਤੇ ਉਪਰਾਲੇ ਨੂੰ ਰੱਦ ਕਰ ਦਿੰਦੇ ਹਨ। ਇਹ ਪਤੰਗ ਨਹੀਂ ਉਡਾਉਂਦੇ, ਕਾਟੀਆਂ ਮਾਰਦੇ ਹਨ।
ਇਹ ਸ਼ੱਕ ਨੂੰ ਸਿਆਣਪ ਨਾਲੋਂ ਉਚੇਰਾ ਸਥਾਨ ਦਿੰਦੇ ਹਨ। ਕਲਪਨਾ ਕਰਨੀ ਤੇ ਸੋਚਣਾ ਮੁਸ਼ਕਿਲ ਹੁੰਦਾ ਹੈ, ਪਰ ਬਿਨਾਂ ਸੋਚੇ ਜਾਣੇ ਸਮਝੇ ਕੁਝ ਰੱਦ ਕਰਨਾ ਸੌਖਾ ਹੁੰਦਾ ਹੈ। ਇਹ ਉਸਾਰਦੇ ਕੁਝ ਨਹੀਂ, ਢਾਉਂਦੇ ਸਭ ਕੁਝ ਹਨ। ਇਹ ਮਾਲ ਰੋਡ 'ਤੇ ਆਉਂਦੇ ਹੀ ਨਹੀਂ, ਭੀੜੀਆਂ ਗਲੀਆਂ ਵਿੱਚੋਂ ਵੱਟੇ ਮਾਰੀ ਜਾਂਦੇ ਹਨ। ਕੇਵਲ ਅੰਕੜਿਆਂ ਜਾਂ ਤੱਥਾਂ ਦਾ ਅਧਿਐਨ ਕਰਨ ਵਾਲੇ ਕਲਪਨਾ ਕਰਨ ਤੋਂ ਇਸ ਲਈ ਡਰਦੇ ਹਨ ਕਿਉਂਕਿ ਉਹ ਕਲਪਨਾ ਨੂੰ ਗੈਰ ਵਿਗਿਆਨਕ ਦੱਸਦੇ ਹਨ, ਜਿਸ ਕਾਰਨ ਉਹ ਕਿਸੇ ਸਮੱਸਿਆ ਦੇ ਸਤਹੀ ਤੇ ਸੀਮਤ ਪੱਖ ਹੀ ਵੇਖਦੇ ਹਨ। ਕਲਪਨਾ ਦੀ ਅਣਹੋਂਦ ਕਾਰਨ ਇਹ ਵਿਸ਼ਾਲ ਪੱਖ, ਲੁਕੇ ਹੋਏ ਜੋੜ ਤੋੜ, ਸੂਖਮ ਵੇਰਵੇ ਨਹੀਂ ਵੇਖ ਸਕਦੇ। ਪਹਿਲਾਂ ਮਨੁੱਖ ਨੇ ਪੰਛੀਆਂ ਨੂੰ ਵੇਖ ਕੇ ਉੱਡਣ ਦੀ ਕਲਪਨਾ ਕੀਤੀ, ਫਿਰ ਉਸਨੇ ਫਿਜ਼ਿਕਸ ਦੇ ਨਿਯਮਾਂ ਦਾ ਅਧਿਐਨ ਕਰਕੇ ਹਵਾਈ ਜਹਾਜ਼ ਨੂੰ ਸੰਭਵ ਬਣਾਇਆ। ਅਦਿੱਖ ਅਨੁਮਾਨ ਲਾਉਣੇ, ਨਵੇਂ ਢੰਗ ਸੋਚਣੇ ਕਲਪਨਾ ਤੋਂ ਬਿਨਾਂ ਸੰਭਵ ਨਹੀਂ ਹੁੰਦੇ। ਕਲਪਨਾ ਮਨੁੱਖੀ ਤਰਕ ਦਾ ਆਧਾਰ ਹੁੰਦੀ ਹੈ। ਪਹਿਲਾਂ ਮਨੁੱਖ ਕਲਪਨਾ ਕਰਦਾ, ਫਿਰ ਉਸਨੂੰ ਢੁਕਵੇਂ ਤਰਕ ਨਾਲ ਯਥਾਰਥ ਬਣਾਉਂਦਾ ਹੈ। ਧੰਨਵਾਦ। ਰੋਗਾਂ ਦੇ ਕਾਰਨ। ਸਦੀਆਂ ਭਰ ਡਾਕਟਰ ਹੀ ਸੋਚਦੇ ਰਹੇ ਕਿ ਰੋਗ ਬਾਹਰੋਂ ਲੱਗਦੇ ਹਨ। ਦਵਾਈਆਂ ਦਾ ਨਿਰਮਾਣ ਵੀ ਇਸੇ ਸਿਧਾਂਤ ਅਧੀਨ ਹੋਇਆ। 20ਵੀਂ ਸਦੀ ਦੇ ਆਰੰਭ ਵਿੱਚ ਡਾਕਟਰ ਹੋਪਕਿੰਸ ਨੇ ਇਹ ਸਿਧਾਂਤ ਉਲਟਾ ਕੇ ਕਿਹਾ ਕਿ ਬਿਮਾਰੀ ਅੰਦਰਲੀ ਕਮਜ਼ੋਰੀ ਤੇ ਲੋੜੀਂਦੇ ਤੱਤਾਂ ਦੀ ਗੈਰ ਹਾਜ਼ਰੀ ਕਾਰਨ ਹੁੰਦੀ ਹੈ। ਉਸ ਦੀ ਖੋਜ ਮਸੂੜਿਆਂ ਦੇ ਸੁੱਜਣ ਸੰਬੰਧੀ ਸੀ। ਉਸਨੇ ਦੱਸਿਆ ਕਿ ਇਹ ਰੋਗ ਵਿਟਾਮਿਨ ਸੀ ਦੀ ਘਾਟ ਕਾਰਨ ਸੀ। ਵਿਟਾਮਿਨਾਂ ਬਾਰੇ ਗਿਆਨ 20ਵੀਂ ਸਦੀ ਵਿੱਚ ਉਪਜਿਆ, ਜਿਸ ਕਾਰਨ ਸਿਹਤ ਸੰਬੰਧੀ ਸਮੁੱਚਾ ਦ੍ਰਿਸ਼ਟੀਕੋਣ ਹੀ ਬਦਲ ਗਿਆ। ਧੰਨਵਾਦ। ਵਿਸ਼ਵ ਪੱਧਰ ਦਾ ਕਲਾਕਾਰ। ਜਦੋਂ ਮੋਨਾਲੀਜ਼ਾ ਦਾ ਨਿਰਮਾਤਾ ਲਿਓਨਾਰਦੋ ਦਾ ਵਿੰਚੀ ਚਿੱਤਰਕਾਰੀ ਦੀ ਆਪਣੀ ਨਿਵੇਕਲੀ ਸ਼ੈਲੀ ਦਾ ਨਿਰਮਾਣ ਕਰ ਰਿਹਾ ਸੀ ਤਾਂ ਉਹਨੇ ਕਈ ਮਹੀਨੇ ਰੌਸ਼ਨੀ ਦਾ ਅਧਿਐਨ ਕੀਤਾ। ਉਸਨੇ ਅਧਿਐਨ ਕੀਤਾ ਕਿ ਰੌਸ਼ਨਦਾਨ ਵਿੱਚੋਂ, ਝੀਥ ਵਿੱਚੋਂ, ਉੱਪਰੋਂ, ਪਾਸਿਓਂ, ਸਾਹਮਣਿਓਂ, ਸਵੇਰੇ, ਸ਼ਾਮ, ਬੱਦਲਵਾਈ ਆਦਿ ਵੇਲੇ ਰੌਸ਼ਨੀ ਕਿਵੇਂ ਕਿਸੇ ਚਿੱਤਰ ਉੱਤੇ ਪ੍ਰਭਾਵ ਪਾਉਂਦੀ ਹੈ। ਉਸਨੇ ਵੱਖ-ਵੱਖ ਕੋਣਾਂ ਤੋਂ ਰੌਸ਼ਨੀ ਦੀ ਪ੍ਰਭਾਵਿਤ ਕਰਨ ਦੀ ਯੋਗਤਾ ਪਰਖੀ। ਉਸਨੇ ਰੌਸ਼ਨੀ ਨਾਲ ਜਿਓਮੈਟਰੀ ਦਾ ਅਧਿਐਨ ਕੀਤਾ ਕਿ ਰੌਸ਼ਨੀ ਨਾਲ ਵੱਖ-ਵੱਖ ਆਕਾਰ ਕਿਵੇਂ ਬਦਲਦੇ ਹਨ ਤੇ ਬਦਲਦੇ ਹੋਏ ਨਜ਼ਰ ਆਉਂਦੇ ਹਨ। ਉਸਨੇ ਕਈ ਮਹੀਨੇ ਪਰਛਾਵਿਆਂ ਦਾ ਅਧਿਐਨ ਕੀਤਾ। ਰੌਸ਼ਨੀ ਕਾਰਨ ਮਨੁੱਖੀ ਚਿਹਰੇ 'ਤੇ ਉੱਭਰਨ ਵਾਲੇ ਵਿਭਿੰਨ ਭਾਵਾਂ ਦਾ ਵੀ ਡੂੰਘਾ ਵਿਸ਼ਲੇਸ਼ਣ ਕੀਤਾ। ਕੋਈ ਐਵੇਂ ਹੀ ਵਿਸ਼ਵ ਪੱਧਰ ਦਾ ਕਲਾਕਾਰ ਨਹੀਂ ਬਣ ਜਾਂਦਾ। ਹਰੇਕ ਕਲਾ 'ਚ ਅਨੇਕਾਂ ਪੱਖ ਹੁੰਦੇ ਹਨ, ਜਿਨ੍ਹਾਂ ਨੂੰ ਲੰਮੇ ਅਧਿਐਨ ਤੇ ਅਨੁਭਵ ਵਾਲੇ ਹੀ ਸਮਝ ਸਕਦੇ ਹਨ। ਜਦੋਂ ਅਸੀਂ ਲਿਓਨਾਰਦੋ ਦੀ ਕਿਸੇ ਕਲਾ ਕਿਰਤ ਨੂੰ ਵੇਖਦੇ ਹਾਂ ਤਾਂ ਇਹ ਅਧਿਐਨ ਪ੍ਰਤੱਖ ਰੂਪ ਵਿੱਚ ਤਾਂ ਵਿਖਾਈ ਨਹੀਂ ਦਿੰਦੇ, ਪਰ ਇਹਨਾਂ ਕਾਰਨ ਹੀ ਉਸ ਦੇ ਚਿੱਤਰ ਸਜੀਵ ਪ੍ਰਤੀਤ ਹੁੰਦੇ ਹਨ। ਧੰਨਵਾਦ। ਪਖੰਡੀ ਕਲਾਕਾਰ। ਜੇ ਬਹੁਤ ਉਦਾਰ ਹੋ ਕੇ ਕੋਈ ਸਹੂਲਤ ਦਿਓਗੇ, ਉਸ ਦੀ ਵਰਤੋਂ ਨਾਲੋਂ ਦੁਰਵਰਤੋਂ ਵਧੇਰੇ ਹੋਏਗੀ। ਇੱਕ ਭਾਰਤੀ ਮੁਸਲਮਾਨ ਚਿੱਤਰਕਾਰ ਮਕਬੂਲ ਫਿਦਾ ਹੁਸੈਨ ਜ਼ੈਕੋਸਲੋਵਾਕੀਆ ਗਿਆ। ਉੱਥੋਂ ਦੀ ਸਰਕਾਰ ਨੇ ਉਸਨੂੰ ਇੱਕ ਦੁਭਾਸ਼ੀਏ ਦਾ ਕੰਮ ਕਰਨ ਲਈ ਇੱਕ ਲੜਕੀ ਦੀਆਂ ਸੇਵਾਵਾਂ ਦਿੱਤੀਆਂ। ਕਲਾਕਾਰ ਨਾਲ ਘੁੰਮਦਿਆਂ ਉਹ ਲੜਕੀ ਹੁਸੈਨ ਨੂੰ ਔਰਤ ਲੱਗਣ ਲੱਗ ਪਈ। ਹੁਸੈਨ ਮੁਸਲਮਾਨ ਸੀ, ਵਿਆਹਿਆ ਹੋਇਆ ਸੀ, ਬੱਚੇ ਸਨ। ਉਸਨੇ ਉਸਨੂੰ ਵਿਆਹ ਦੀ ਪੇਸ਼ਕਸ਼ ਕੀਤੀ। ਲੜਕੀ ਈਸਾਈ ਸੀ, ਫਿਰ ਵੀ ਮੰਨ ਗਈ। ਈਸਾਈ ਧਰਮ ਵਿੱਚ ਇੱਕ ਤੋਂ ਵਧੇਰੇ ਪਤੀ ਪਤਨੀ ਦੀ ਮਨਾਹੀ ਹੈ। ਹੁਸੈਨ ਭਾਰਤ ਆਇਆ, ਪਤਨੀ ਨੂੰ ਤਲਾਕ ਦਿੱਤਾ। ਤਲਾਕਨਾਮਾ ਲੈ ਕੇ ਜ਼ੈਕੋਸਲੋਵਾਕੀਆ ਗਿਆ। ਉੱਥੋਂ ਦੀ ਸਰਕਾਰ ਨੂੰ ਉਸ ਈਸਾਈ ਲੜਕੀ ਦੇ ਮੁਸਲਮਾਨ ਪੁਰਸ਼ ਨਾਲ ਘੁੰਮਦੇ ਹੋਣ 'ਤੇ ਸ਼ੱਕ ਪਿਆ।
ਲੜਕੀ ਨੂੰ ਪਤਾ ਲੱਗਾ ਕਿ ਨਾ ਉਹ ਚਰਚ ਵਿੱਚ, ਨਾ ਹੀ ਮਸਜਿਦ ਵਿੱਚ, ਨਾ ਹੀ ਅਦਾਲਤ ਵਿੱਚ ਵਿਆਹ ਕਰਵਾ ਸਕਦੇ ਸਨ। ਹੁਸੈਨ ਨੇ ਆਪਣੀ ਪਤਨੀ ਨਾਲ ਲਿਆ ਤਲਾਕਨਾਮਾ ਉੱਥੇ ਹੀ ਪਾੜ ਦਿੱਤਾ। ਵਾਪਸ ਆਇਆ ਅਤੇ ਪਹਿਲੀ ਪਤਨੀ ਤੋਂ ਤਲਾਕ ਦੇ ਤਮਾਸ਼ੇ ਦੀ ਮਾਫ਼ੀ ਮੰਗੀ ਅਤੇ ਪਤਨੀ ਨਾਲ ਮੁੜ ਨਿਕਾਹ ਕਰ ਲਿਆ। ਉਹ ਚੰਗੀ ਕਮਾਈ ਕਰਦਾ ਸੀ, ਪਰ ਰਹਿੰਦਾ ਨੰਗੇ ਪੈਰ ਸੀ ਅਤੇ ਜਾਣ-ਬੁੱਝ ਕੇ ਤੰਗ ਜਿਹੀ ਬਰਸਾਤੀ 'ਚ ਰਹਿੰਦਾ ਸੀ। ਅਸਲੀ ਕਲਾਕਾਰ ਪਖੰਡ ਨਹੀਂ ਕਰਦਾ, ਜਿਹੜਾ ਪਖੰਡ ਕਰਦਾ ਹੈ ਉਹ ਕਲਾਕਾਰ ਹੁੰਦਾ ਹੀ ਨਹੀਂ। ਭਾਰਤ ਵਿੱਚ ਹੁਸੈਨ ਨੂੰ ਅਕਸਰ ਪਖੰਡੀ ਕਲਾਕਾਰ ਵਜੋਂ ਹੀ ਜਾਣਿਆ ਜਾਂਦਾ ਹੈ। ਧੰਨਵਾਦ।